अस्सलामुअलैकुम दोस्तों, ਅੱਜ ਮੈਂ ਤੁਹਾਨੂੰ ਵਿਖਾਉਣ ਲੱਗਾ ਇੱਕ ਐਸੀ ਧਰਤੀ ਜਿੱਥੇ ਹਰ ਗਲੀ ਦੇ ਵਿਚਕਾਰ ਤਾਰੀਖ ਬੋਲਦੀ ਹੈ, ਜਿੱਥੇ ਮਿੱਟੀ ਵਿੱਚ ਵਸਦਾ ਹੈ ਵਿਰਸਾ ਤੇ ਜਿੱਥੇ ਲੋਕਾਂ ਦੇ ਦਿਲ ਵੀ ਸੋਨੇ ਨੇ। ਜੀ ਹਾਂ, ਗੱਲ ਹੋ ਰਹੀ ਹੈ ਜੜਾਂਵਾਲਾ ਸ਼ਹਿਰ ਦੀ। ਉਹ ਸ਼ਹਿਰ ਜਿੱਥੇ ਮਾਜ਼ੀ ਦੀ ਖੁਸ਼ਬੂ ਅੱਜ ਵੀ ਫਜ਼ਾ ਵਿੱਚ ਮਹਿਕਦੀ ਹੈ। ਉਹ ਧਰਤੀ ਹੈ ਜਿੱਥੇ ਸਿੱਖ, ਹਿੰਦੂ ਤੇ ਮੁਸਲਮਾਨ ਇਕੱਠੇ ਵਸਦੇ ਸਨ। ਇਹ ਉਹ ਜ਼ਮੀਨ ਹੈ ਜਿੱਥੇ ਜਰਨਾ ਸਿੰਘ ਵਰਗੇ ਸਿੱਖ ਜ਼ਮੀਂਦਾਰਾਂ ਨੇ ਆਪਣਾ ਰਾਜ ਕੀਤਾ। ਪਰ ਅੱਜ ਉਹੀ ਰਾਵਾਂ, ਉਹੀ ਗਲੀਆਂ ਤੁਹਾਡੀ ਮੇਰੀ ਪਹਿਚਾਣ ਬਣ ਚੁੱਕੀਆਂ ਨੇ। ਚਲੋ ਮੇਰੇ ਨਾਲ ਵਕਤ ਦੀਆਂ ਰਾਵਾਂ ਤੇ ਵਾਪਸ ਚੱਲੀਏ ਤੇ ਖੋਜ ਕਰੀਏ ਜੜਾਂਵਾਲੇ ਦੇ ਅਸਲ ਮਾਜ਼ੀ ਦੀ, ਜਿੱਥੇ ਹਰ ਇੱਟ, ਹਰ ਦਰਖਤ ਤੇ ਹਰ ਇਮਾਰਤ ਦੇ ਪਿੱਛੇ ਛੁਪੀ ਇੱਕ ਕਿਸੇ ਦੀ ਕਹਾਣੀ। ਕਿਹਾ ਜਾਂਦਾ ਹੈ ਕਿ ਜੜਾਂਵਾਲਾ ਦੀ ਮਿੱਟੀ ਵਿੱਚ ਇੱਕ ਵੱਡਾ ਦਰਖਤ ਸੀ ਜਿਹੜਾ ਕਈ ਮੀਲ ਦੂਰ ਤੋਂ ਵੀ ਵਿਖਦਾ ਸੀ। ਉਹ ਦਰਖਤ ਨਾ ਸਿਰਫ ਸਾਇਆ ਦਿੰਦਾ ਸੀ ਬਲਕਿ ਲੋਕਾਂ ਦੇ ਜਮਾ ਹੋਣ ਦੀ ਜਗ੍ਹਾ ਵੀ ਸੀ। ਉਸ ਦਰਖਤ ਨੂੰ ਮਕਾਮੀ ਜ਼ਬਾਨ ਵਿੱਚ ਜੜ ਆਖਿਆ ਜਾਂਦਾ ਸੀ ਕਿਉਂ ਜੇ ਉਹਦੀਆਂ ਜੜਾਂ ਬਹੁਤ ਲੰਮੀਆਂ ਤੇ ਮਜ਼ਬੂਤ ਸਨ। ਇਹਨਾਂ ਵੱਡੀਆਂ ਜੜਾਂ ਕਰਕੇ ਲੋਕਾਂ ਨੇ ਇਸ ਦਾ ਨਾਮ ਵੀ ਜੜਾਂਵਾਲਾ ਰੱਖ ਦਿੱਤਾ। ਜੜਾਂਵਾਲੇ ਦੇ ਇਲਾਕੇ ਵਿੱਚ ਸਿੱਖਾਂ ਦਾ ਰਾਜ ਅੰਗਰੇਜ਼ਾਂ ਤੋਂ ਪਹਿਲਾਂ ਸੀ। ਇਸ ਇਲਾਕੇ ਵਿੱਚ ਸਿੱਖ ਜ਼ਮੀਂਦਾਰ ਤੇ ਸਰਦਾਰ ਵਸਦੇ ਸਨ। ਕਿਹਾ ਜਾਂਦਾ ਹੈ ਕਿ ਇਹਨਾਂ ਵਿੱਚ ਇੱਕ ਮਸ਼ਹੂਰ ਨਾਂ ਸਰਦਾਰ ਜਰਨਾ ਸਿੰਘ ਦਾ ਸੀ ਜਿਹੜਾ ਇਹਨਾਂ ਇਲਾਕਿਆਂ ਦਾ ਵੱਡਾ ਜ਼ਮੀਂਦਾਰ ਸੀ। ਇਹਨਾਂ ਦੇ ਨਾਂ ਤੋਂ ਹੀ ਇਸ ਸ਼ਹਿਰ ਦਾ ਨਾਂ ਜੜਾਂਵਾਲਾ ਪਿਆ। ਇੱਕ ਹੋਰ ਨਾਂ ਸਰਦਾਰ ਕਰਮ ਸਿੰਘ ਹੈ। ਸਰਦਾਰ ਸਾਡੀ ਵਿਰਾਸਤ ਵਿੱਚ ਬਹੁਤ ਅਹਿਮ ਮਕਾਮ ਰੱਖਦਾ ਹੈ। ਉਹਦੀਆਂ ਹਵੇਲੀਆਂ ਤੇ ਜ਼ਮੀਨਾਂ ਅੱਜ ਵੀ ਕਈ ਲੋਕਾਂ ਨੂੰ ਯਾਦ। ਸਰਦਾਰ ਬੂਟਾ ਸਿੰਘ ਹੈ ਬੰਦਾ ਸਮਾਜੀ ਖਿਦਮਤ ਲਈ ਜਾਣਿਆ ਜਾਂਦਾ ਸੀ। ਉਹਨੇ ਸਕੂਲਾਂ ਤੇ ਕੁਮਿਆਂ ਦੀ ਬੁਨਿਆਦ ਰੱਖੀ। ਸਿੱਖ ਦੌਰ ਦੇ ਵਿੱਚ ਜੜਾਂਵਾਲਾ ਇੱਕ ਪੂਰਾ ਅਮਨ, ਤਰੱਕੀ ਯਾਫਤਾ ਤੇ ਖੁਸ਼ਹਾਲ ਇਲਾਕਾ ਸੀ। ਇੱਥੇ ਉਹਨਾਂ ਨੇ ਗੁਰਦੁਆਰੇ ਬਣਾਏ ਜਿੱਥੇ ਇਬਾਦਤ ਹੁੰਦੀ ਸੀ। ਮੰਦਿਰ ਵੀ ਮੌਜੂਦ ਸਨ ਜਿੱਥੇ ਹਿੰਦੂਆਂ ਦੀ ਪੂਜਾ ਹੁੰਦੀ ਸੀ। ਹਵੇਲੀਆਂ, ਕੁਮੇ ਸਿੱਖ ਦੌਰ ਦੀ ਸ਼ਾਨ ਸਨ। 1947 ਵਿੱਚ ਜਦੋਂ ਪਾਕਿਸਤਾਨ ਬਣਿਆ, ਸਿੱਖ ਤੇ ਹਿੰਦੂ ਇਹ ਇਲਾਕਾ ਛੱਡ ਕੇ ਇੰਡੀਆ ਚਲੇ ਗਏ। ਉਹਨਾਂ ਦੀਆਂ ਇਮਾਰਤਾਂ, ਗੁਰਦੁਆਰੇ ਤੇ ਮੰਦਿਰ ਅੱਜ ਵੀ ਕੁਝ ਥਾਵਾਂ ਤੇ ਮੌਜੂਦ ਨੇ ਜਿਹੜੇ ਮਾਜ਼ੀ ਦੀ ਝਲਕ ਵਿਖਾਉਂਦੇ ਨੇ। ਉਹਨਾਂ ਤੋਂ ਬਾਅਦ ਮਹਾਜਰ ਮੁਸਲਮਾਨ ਖਾਨਦਾਨ ਆਏ ਜਿਨ੍ਹਾਂ ਨੇ ਇਹ ਇਲਾਕਾ ਆਬਾਦ ਕੀਤਾ, ਫਸਲਾਂ ਕਾਸ਼ਤ ਕੀਤੀਆਂ ਤੇ ਜੜਾਂਵਾਲਾ ਨੂੰ ਵੇਖਦਿਆਂ ਇੱਕ ਵੱਡਾ ਤਾਰੀਖੀ ਸ਼ਹਿਰ ਬਣਾ ਦਿੱਤਾ। ਅੱਜ ਜੜਾਂਵਾਲਾ ਇੱਕ ਆਬਾਦ ਤੇ ਤਰੱਕੀ ਯਾਫਤਾ ਇਲਾਕਾ ਬਣ ਚੁੱਕਿਆ। ਇੱਥੇ ਕਈ ਕੌਮਾਂ ਤੇ ਬਰਾਦਰੀਆਂ ਵਸਦੀਆਂ ਨੇ ਜਿਨ੍ਹਾਂ ਵਿੱਚ ਜੱਟ, ਰਾਜਪੂਤ, ਅਰਾਈ, ਮੁਗਲ, ਰਾਂਝਾ, ਵਿਰਕ, ਬਲੋਚ, ਅੰਸਾਰੀ ਬਰਾਦਰੀਆਂ ਆਬਾਦ। ਮਸ਼ਰਕੀ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਯੂਪੀ ਤੋਂ ਲੱਖਾਂ ਮੁਸਲਮਾਨ ਆਪਣੇ ਘਰ-ਬਾਰ ਛੱਡ ਕੇ ਪਾਕਿਸਤਾਨ ਆਏ। ਇਹਨਾਂ ਮਹਾਜਰਾਂ ਨੂੰ ਪਾਕਿਸਤਾਨ ਦੀ ਖਾਲੀ ਜ਼ਮੀਨਾਂ ਤੇ ਮਕਾਨ ਦਿੱਤੇ ਗਏ। ਜੜਾਂਵਾਲਾ ਵਿੱਚ ਵਸੇ ਮਹਾਜਰ ਲੋਕ ਖਾਸ ਤੌਰ ਤੇ ਜ਼ਿਲ੍ਹਾ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ, ਪਟਿਆਲਾ, ਹੁਸ਼ਿਆਰਪੁਰ, ਗੁਰਦਾਸਪੁਰ ਵਿੱਚ ਉੱਠ ਕੇ ਇੱਥੇ ਆਬਾਦ ਹੋਏ। ਇਹਨਾਂ ਮਹਾਜਰਾਂ ਦੇ ਪਿਛਲੇ ਪਿੰਡ ਮਿਆਲਾ, ਜ਼ਿਲ੍ਹਾ ਲੁਧਿਆਣਾ, ਕਪੂਰਥਲਾ, ਧੂਰੀ, ਮਾਲਵਾ, ਨੋਟਕੀ ਤੇ ਅੰਮ੍ਰਿਤਸਰ ਸੀ। ਇਹਨਾਂ ਮਹਾਜਰ ਲੋਕਾਂ ਨੇ ਆਪਣੀ ਸਕਾਫਤ, ਬੋਲੀ ਤੇ ਖਾਣ-ਪਾਨ ਨਾਲ ਜੜਾਂਵਾਲਾ ਨੂੰ ਖਾਸ ਬਣਾਇਆ। ਤਾਲੀਮ ਤੇ ਕਾਰੋਬਾਰ ਵਿੱਚ ਨਮਾਇਆ ਤਰੱਕੀ। ਕਈ ਮਹਾਜਰ ਖਾਨਦਾਨ ਅੱਜ ਜੜਾਂਵਾਲਾ ਦੇ ਅਮੀਰ ਤੇ ਬਾਅਸਰ ਲੋਕਾਂ ਵਿੱਚ ਸ਼ੁਮਾਰ ਕੀਤੇ ਜਾਂਦੇ ਨੇ। ਜੜਾਂਵਾਲਾ ਅੱਜ ਜਿੱਥੇ ਵੀ ਉਹਦੇ ਪਿੱਛੇ ਸਿੱਖਾਂ ਦੀ ਬੁਨਿਆਦ, ਅੰਗਰੇਜ਼ਾਂ ਦੀ ਤਰੱਕੀ ਤੇ ਮਹਾਜਰਾਂ ਦੀਆਂ ਕੁਰਬਾਨੀਆਂ ਤੇ ਮਿਹਨਤ ਹੈ। ਇਸ ਸ਼ਹਿਰ ਦੀ ਹਰ ਗਲੀ, ਹਰ ਇਮਾਰਤ ਤੇ ਹਰ ਚਿਹਰਾ ਇੱਕ ਕਹਾਣੀ ਹੈ ਜਿਹੜੀ ਸਾਡੀ ਪਹਿਚਾਣ ਹੈ। ਜੜਾਂਵਾਲਾ ਨੇ ਸਿੱਖਾਂ ਦੀ ਰੌਣਕ ਵੀ ਵੇਖੀ, ਮਹਾਜਰਾਂ ਦੀਆਂ ਤਕਲੀਫਾਂ ਵੀ ਤੇ ਅੱਜ ਦੀ ਤਰੱਕੀ। ਸਾਡੀ ਜ਼ਿੰਮੇਵਾਰੀ ਹੈ ਕਿ ਇਸ ਸ਼ਹਿਰ ਦੀ ਅਸਲ ਪਹਿਚਾਣ ਨੂੰ ਜ਼ਿੰਦਾ ਰੱਖੀਏ। ਉਹ ਕੁਰਬਾਨੀਆਂ, ਉਹ ਮਿਹਨਤਾਂ ਤੇ ਉਹ ਲੋਕ ਜਿਹੜੇ ਅੱਜ ਵੀ ਦਿਲ ਵਿੱਚ ਵਸਦੇ ਨੇ। ਯਾਦ ਰੱਖੋ ਜੜਾਂਵਾਲਾ ਸਿਰਫ ਨਕਸ਼ੇ ਦਾ ਨਾਂ ਨਹੀਂ, ਇਹ ਸਾਡੀ ਮਿੱਟੀ, ਸਾਡੀ ਪਹਿਚਾਣ, ਸਾਡੀ ਸ਼ਾਨ ਹੈ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦਿਓ। ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤੇ ਸਾਡੇ ਨਾਲ ਜੁੜੋ। ਤੁਹਾਡੀ ਮੁਹੱਬਤ ਹੀ ਸਾਡੀ ਤਾਕਤ ਹੈ। ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਇੱਕ ਹੋਰ ਪੰਜਾਬ ਦੇ ਮੋਤੀ ਨਾਲ। ਉਦੋਂ ਤੱਕ ਲਈ ਸਾਡੇ ਪੰਜਾਬ ਨੂੰ, ਸਾਡੇ ਪਿੰਡ ਨੂੰ, ਸਾਡੀ ਬੋਲੀ ਨੂੰ ਸਲਾਮ। ਆਪਣੇ ਮੇਜ਼ਬਾਨ ਆਮਰ ਸਖੇਰਾ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।